ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੱਛੇ ਜਿਹੇ ਨਾ ਮੈਂ ਇੱਕ ਕਹਾਣੀ ਪੜ੍ਹ ਰਿਹਾ ਸੀ, ਮੋਰਚੇ 'ਤੇ ਵੀ ਗਿਆ, ਉੱਥੇ ਵੀ ਕਿਤਾਬਾਂ ਲਈਆਂ, ਮੈਂ ਬੈਠੇ ਟਾਈਮ ਹੁੰਦਾ ਤੇ ਪੜ੍ਹ ਲਈਦਾ। ਇਟਲੀ ਦੇ ਨਾ ਕਿਸੇ ਮੂਰਤੀਕਾਰ ਦੀ ਉਹ ਕਹਾਣੀ ਸੀ। ਉਹ ਕਹਿੰਦਾ ਜਦੋਂ ਮੂਰਤੀਕਾਰ ਗਿਆ ਨਾ ਕਿਸੇ ਜਗ੍ਹਾ 'ਤੇ ਜਾ ਰਿਹਾ ਸੀ ਤੇ ਬੜਾ ਵੱਡਾ ਸਾਰਾ ਨਾ ਇੱਕ ਪੱਥਰ ਨਜ਼ਰ ਆਇਆ ਉਹਨੂੰ। ਕਿਸੇ ਦੁਕਾਨ ਦੇ ਬਾਹਰ ਵੱਡਾ ਪੱਥਰ ਪਿਆ ਸੀ ਤੇ ਉਹ ਦੁਕਾਨਦਾਰ ਕੋਲ ਜਾ ਕੇ ਕਹਿੰਦਾ ਇਹ ਮੈਨੂੰ ਪੱਥਰ ਚਾਹੀਦਾ, ਮਿਲ ਜਾਏਗਾ, ਲੈ ਜਾ ਲਗਰ ਮੈਂ ਲੈ ਜਾ। ਕਹਿੰਦਾ ਹਾਂ ਲੈ ਜਾ। ਕਹਿੰਦਾ ਕੀ ਪੈਸੇ, ਕਿੰਨੇ ਕੁ ਮੁੱਲ ਹੈ ਇਹਦਾ? ਉਹ ਕਹਿੰਦਾ ਮੁੱਲ ਆਈ ਹੈ ਕਿ ਇਹਨੂੰ ਚੁੱਕ ਕੇ ਲੈ ਜਾ ਬਸ। ਪਤਾ ਨਹੀਂ ਕਦੋਂ ਦਾ ਦੁਕਾਨ ਦੇ ਅੱਗੇ ਪਿਆ, ਮੈਨੂੰ ਆਪ ਤੰਗ ਕਰਦਾ ਹੈ ਤੇ ਨਾ ਮੈਨੂੰ ਰਸਤਾ ਵੀ ਰੁਕਦਾ ਪਿਆ, ਇਹਨੂੰ ਇੰਨਾ ਭਾਰਾ ਕੋਈ ਚੁੱਕਣ ਵਾਲਾ ਵੀ ਨਹੀਂ ਹੈ, ਹਿਲਦਾ ਵੀ ਨਹੀਂ ਪਿਆ, ਤੂੰ ਉਹਨੂੰ ਲੈ ਜਾ ਤੇ ਬੜੀ ਤੇਰੀ ਮਿਹਰਬਾਨੀ, ਇਹੀ ਸਮਝ ਲੈ ਕੀਮਤ ਹੈ, ਮੇਰੇ ਤੇ ਮਿਹਰਬਾਨੀ ਕਰੇਗਾ ਜੇ ਤੂੰ ਲੈ ਜਾਏਗਾ ਇਹਨੂੰ। ਉਹਨੇ ਕਿਸੇ ਤਰੀਕੇ ਕਰ ਕਰਾ ਕੇ ਉਹ ਪੱਥਰ ਚੁਕਵਾ ਕੇ ਲੈ ਗਿਆ। ਪੱਥਰ ਉਹ ਲੈ ਕੇ ਜਦੋਂ ਗਿਆ ਨਾ, ਕੁਝ ਦਿਨਾਂ ਬਾਅਦ ਉਹਨੇ ਪੱਥਰ ਘੜਤਾ, ਬੜੀ ਖੂਬਸੂਰਤ ਮੂਰਤੀ ਤਿਆਰ ਕਰਤੀ ਉਹਦੇ ਵਿੱਚੋਂ। ਔਰ ਤਿਆਰ ਕਰਨ ਤੋਂ ਬਾਅਦ ਨਾ ਉਸੇ ਦੁਕਾਨਦਾਰ ਨੂੰ ਬੁਲਾਇਆ ਉਹਨੇ, ਕਹਿੰਦਾ ਇਹ ਦੇਖੋ ਮੈਂ ਮੂਰਤੀ ਘੜੀ ਹੈ। ਉਹ ਹੈਰਾਨ ਹੋ ਗਿਆ ਦੇਖ ਕੇ, ਕਹਿੰਦਾ ਉਹੀ ਪੱਥਰ ਹੈ ਜਿਹੜਾ ਮੇਰੇ ਉੱਥੋਂ ਲੈ ਕੇ ਆਇਆ ਸੀ, ਕਮਾਲ ਕਰਤੀ ਤੂੰ ਤੇ, ਇੰਨੀ ਖੂਬਸੂਰਤ ਮੂਰਤੀ ਇਹਦੇ ਮਤਲਬ ਤੂੰ ਘੜ ਦਿੱਤੀ ਹੈ ਤੇ ਮੈਂ ਤਾਂ ਤੇਰੇ ਕੋਲ ਕੁਝ ਲਈ ਨਹੀਂ ਕੀਮਤ, ਅੱਜ ਦੀ ਕੀਮਤ ਪਤਾ ਨਹੀਂ ਕਿਤਨੇ ਲੱਖਾਂ ਦੀ ਕੀਮਤ ਪੈ ਗਈ ਇਹਦੀ ਉਸ ਪੱਥਰ ਦੀ, ਜਿਹੜੀ ਐਵੇਂ ਸੜਕ 'ਤੇ ਪਿਆ ਸੀ ਕਦੋਂ ਦਾ, ਜਿਹਨੂੰ ਕੁਝ ਪੁੱਛਦਾ ਨਹੀਂ ਸੀ। ਮੈਂ ਵੀ ਤੰਗ ਸੀ ਇਹਦੇ ਤੋਂ, ਅੱਜ ਕਮਾਲ ਹੋ ਗਿਆ ਤੇ ਮਤਲਬ ਦੇਖ ਕੇ ਵਾਹ ਨਿਕਲਦੀ ਹੈ ਉਸੇ ਪੱਥਰ ਨੂੰ ਦੇਖ ਕੇ, ਤੂੰ ਕਮਾਲ ਕੀਤੀ ਹੈ। ਉਹ ਮੂਰਤੀਕਾਰ ਅੱਗੋਂ ਜਵਾਬ ਦਿੰਦਾ, ਕਮਾਲ ਮੈਂ ਨਹੀਂ ਕੀਤੀ, ਦਰਅਸਲ ਇਹ ਮੂਰਤੀ ਇਸ ਪੱਥਰ ਦੇ ਵਿੱਚ ਆਲਰੇਡੀ ਸੀ, ਮੈਂ ਤੇ ਇਹਦਾ ਫਾਲਤੂ ਜਿਹੜੀ ਚੀਜ਼ ਸੀ ਨਾ ਉਹ ਹਟਾਈ ਹੈ, ਮੈਂ ਕੁਛ ਇਹਦੇ 'ਚ ਪਾਇਆ ਥੋੜ੍ਹਾ ਨਾ ਕੁਛ, ਜੋ ਉੱਤੇ ਦੀ ਬਾਹਰ ਸੀ ਜਿਹੜੀ ਚਿਜ਼ਲਿੰਗ ਕੀਤੀ ਹੈ ਉਹ ਬਾਹਰ ਕੱਢਿਆ ਮੈਂ ਉਹਨੂੰ, ਉਹਦੇ ਵਿੱਚ ਕੁਝ ਨਹੀਂ ਪਾਇਆ, ਕਮਾਲ ਮੈਂ ਕੁਝ ਨਹੀਂ ਕੀਤਾ। ਤੇ ਉਹਨੂੰ ਪੁੱਛਦਾ ਕਿ ਤੈਨੂੰ ਕਿਸ ਤਰ੍ਹਾਂ ਖਿਆਲ ਆਇਆ ਕਿ ਇਹਦੇ ਵਿੱਚ ਇਹ ਮੂਰਤੀ ਨਜ਼ਰ ਤੈਨੂੰ ਕਿੱਥੋਂ ਆਈ, ਪੱਥਰ ਤੇ ਹੋਰ ਵੀ ਪਏ ਹੋਣੇ ਬੜੇ। ਕਹਿੰਦਾ ਇਹ ਵੀ ਗੱਲ ਠੀਕ ਹੈਗੀ ਤੇਰੀ, ਮੈਂ ਰਸਤੇ ਜਾਂਦਾ ਤੇ ਹਜ਼ਾਰਾਂ ਪੱਥਰ ਪਏ ਨੇ, ਮਤਲਬ ਜਾਓ ਤੇ ਹਜ਼ਾਰਾਂ ਪੱਥਰ ਹੁੰਦੇ ਨੇ। ਕਹਿੰਦੇ ਜਦੋਂ ਮੈਂ ਇਸ ਪੱਥਰ ਦੇ ਕੋਲੋਂ ਲੰਘਿਆ ਤੇ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਇਸ ਪੱਥਰ ਦੇ ਵਿੱਚ ਮੂਰਤੀ ਮੈਨੂੰ ਨਜ਼ਰ ਆਈ, ਮੇਰੀ ਅੱਖਾਂ ਦੇ ਸਾਹਮਣੇ ਮੂਰਤੀ ਆ ਗਈ। ਨਾ ਸਿਰਫ ਉਹ ਮੂਰਤੀ ਆਈ ਬਲਕਿ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਇਹ ਮੂਰਤੀ ਮੈਨੂੰ ਪੁਕਾਰ ਰਹੀ ਹੈ ਕਿ ਤੂੰ ਆ ਕੇ ਮੈਨੂੰ ਘੜ, ਮੈਂ ਘੜਨਾ ਚਾਹੁੰਦੀ ਹਾਂ ਤੇਰੇ ਇੱਥੋਂ। ਕਹਿੰਦਾ ਬਸ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੂਰਤੀ ਮੈਨੂੰ ਆਵਾਜ਼ ਮਾਰ ਰਹੀ ਹੈ, ਮੈਨੂੰ ਪੁਕਾਰ ਰਹੀ ਹੈ, ਔਰ ਮੇਰਾ ਮਨ ਕੀਤਾ ਕਿ ਮੈਂ ਹੁਣ ਇਹਨੂੰ ਮੈਂ ਘੜਨਾ, ਤਾਂ ਮੈਂ ਲੈ ਆਇਆ ਪੱਥਰ ਨੂੰ ਘਰ। ਤੇ ਮੈਨੂੰ ਲੱਗਦਾ ਸੇਮ ਹਾਲਤ ਸਾਡੀ ਵੀ ਹੈ, ਪਤਾ ਨਹੀਂ ਕਿਤਨੇ ਲੱਖਾਂ ਹੀ ਲੋਕ ਹੋਣਗੇ, ਕਿੰਨੇ ਹੀ ਮਤਲਬ ਆਸ-ਪਾਸ ਇਲਾਕੇ 'ਚ ਇੱਧਰ ਉੱਧਰ ਦੁਨੀਆ ਭਰ ਦੇ ਕਿੰਨੇ ਵੀ, ਉਹਦੇ ਵਿੱਚੋਂ ਕੁਛ ਨੇ ਸੋਚਿਆ ਕਿ ਬਈ ਅਸੀਂ ਆਪਣੇ ਆਪ ਨੂੰ ਘੜਾਉਣਾ। ਗੁਰੂ ਦੀ ਆਵਾਜ਼ ਸੁਣੀ, ਗੁਰੂ ਨੇ ਦੇਖਿਆ, ਗੁਰੂ ਵੱਲ ਦੇਖ ਕੇ ਸਾਨੂੰ ਲੱਗਿਆ ਕਿ ਬਈ ਅਸੀਂ ਕੁਛ ਨਾ ਕੁਛ ਅਸੀਂ ਸਿੱਖਣਾ, ਕੁਛ ਨਾ ਕੁਛ ਘੜਨਾ, ਘੜੀਏ ਸੁਰਤ ਮਤ ਮਨ ਬੁੱਧ, ਕੁਛ ਘੜਨਾ ਆਪਣੇ ਆਪ ਦੇ ਵਿੱਚ, ਤਾਂ ਅਸੀਂ ਇੱਥੇ ਆਏ ਹਾਂ, ਆਪਣੇ ਆਪ ਨੂੰ ਘੜਾਉਣ ਆਏ ਹਾਂ। ਕਮਾਲ ਗੁਰੂ ਨੇ ਕਰ ਦੇਣੀ ਜੋ ਵੀ ਕਰਨੀ। ਸੋ ਮਤਲਬ ਇਹ ਕਿ ਜਿਹਦੇ ਅੰਦਰ ਦੀ ਉਹ ਤਾਂਘ ਹੈਗੀ ਹੈ ਨਾ, ਉਹੀ ਇੱਥੇ ਤੱਕ ਪਹੁੰਚੇਗਾ, ਉਹੀ ਸੁਣੇਗਾ, ਉਹੀ ਗੱਲ ਕਰੇਗਾ ਇਸ ਬਾਰੇ, ਵਰਨਾ ਤੇ ਸਭ ਆਪੋ ਆਪਣੇ ਘਰ ਬੈਠੇ ਨੇ ਜਾਂ ਜੋ ਵੀ ਕਰ ਰਹੇ ਨੇ ਜਾਂ ਸੁਣ ਰਹੇ ਨੇ ਜਾਂ ਆਪਣੇ ਆਪਣੇ ਤਰੀਕੇ ਨਾਲ ਜੋ ਵੀ ਹੋ ਰਿਹਾ। ਸੋ ਕਹਿਣ ਦਾ ਮਤਲਬ ਕਿ ਅੱਜ ਉਸੀ ਜਪਜੀ ਸਾਹਿਬ ਦੀ ਉਸ ਲੜੀ ਨੂੰ ਅਸੀਂ ਦੁਬਾਰਾ ਜੋੜਾਂਗੇ ਜੋ ਅਸੀਂ ਜਿੱਥੇ ਛੱਡਿਆ ਸੀ, ਔਰ ਅਸੀਂ 9 ਪੌੜੀਆਂ ਜਿਹੜੀਆਂ ਉੱਥੇ ਤੱਕ ਅਸੀਂ ਕਰ ਚੁੱਕੇ ਸੀ। ਥੋੜ੍ਹਾ ਜਿਹਾ ਰੀਕੈਪ ਵੀ ਕਰ ਲੈਂਦੇ ਹਾਂ ਪਿਛਲਾ, ਤਾਂ ਕਿ ਉਹ ਪਿਛਲੀ ਇੱਕ ਲੜੀ ਜੁੜ ਜਾਏ, ਫਿਰ ਅਸੀਂ ਅੱਗੇ ਅਗਲੀ ਪੌੜੀਆਂ ਨੂੰ ਅਸੀਂ ਸਮਝਾਂਗੇ। ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ, ਜੋ ਇਸ ਬਾਣੀ ਦੀ ਸ਼ੁਰੂਆਤ ਹੈ, ਪਹਿਲੇ ਉਸ ਜਿਹਨੂੰ ਅਸੀਂ ਮੂਲ ਮੰਤਰ ਕਹਿ ਦਿੰਦੇ ਹਾਂ, ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਦਾ ਜਿਹੜਾ ਹੈਗਾ ਉਹ ਸਫ਼ਰ, ਮੈਨੂੰ ਇਸ ਤਰ੍ਹਾਂ ਲੱਗਿਆ ਸੀ ਕਿ ਜੋ ਅੱਜ ਤੱਕ ਅਰਥ ਸਮਝ ਆਏ ਨੇ, ਜੋ ਅਰਥ ਕੀਤੇ ਗਏ ਨੇ, ਜੋ ਅਰਥ ਸਮਝੇ ਗਏ ਨੇ, ਮੈਨੂੰ ਉਸ ਤੋਂ ਅਲੱਗ ਕਰਕੇ, ਉਸ ਤੋਂ ਵੱਖਰੇ ਕਰਕੇ, ਉਸ ਤੋਂ ਥੋੜ੍ਹੇ ਹਟ ਕੇ ਮੈਨੂੰ ਸਮਝ ਆਏ। ਜੋ ਮੈਨੂੰ ਸਮਝ ਆਇਆ, ਜਿਸ ਤਰ੍ਹਾਂ ਮੈਨੂੰ ਸਮਝ ਆਇਆ, ਮੈਂ ਤੁਹਾਡੇ ਨਾਲ ਸਾਂਝ ਕੀਤੀ ਹੈ। ਮੇਰਾ ਮਕਸਦ ਇਹ ਨਹੀਂ ਕਿ ਸਾਰੇ ਬੰਦੇ ਉਸ ਥਾਟ ਦੇ ਨਾਲ, ਉਸ ਸੋਚ ਦੇ ਨਾਲ ਮੰਨਣ, ਉਹਨੂੰ ਐਗਰੀ ਕਰਨ। ਕੋਈ ਡਿਫਰੈਂਟ ਵੀ ਸੋਚ ਹੋ ਸਕਦੀ ਹੈ, ਉਹਦੇ 'ਤੇ ਸਵਾਲ ਵੀ ਕਰ ਸਕਦੇ ਹਾਂ ਅਸੀਂ, ਗੱਲਬਾਤ ਵੀ ਕਰ ਸਕਦੇ, ਅਸੀਂ ਵਿਚਾਰ ਕਰ ਰਹੇ ਹਾਂ, ਮੈਂ ਸਿਰਫ ਸਾਂਝਾ ਕਰ ਰਿਹਾ।
ਮੈਨੂੰ ਜੋ ਇਹਦੇ 'ਚ ਸਮਝ ਆਇਆ ਸੀ, ਮੈਂ ਪਹਿਲੇ ਵੀ ਸਾਂਝ ਕੀਤੀ ਸੀ, ਕਿ ਜਿਹੜਾ ਇੱਕ ਓਂਕਾਰ ਹੈ, ਇੱਕ ਦਾ ਮਤਲਬ, ਇੱਕ ਓਂਕਾਰ ਦਾ ਮਤਲਬ ਜੇ ਅਸੀਂ ਲਿਖਿਆ ਹੋਇਆ ਪੜ੍ਹੀਏ ਦੇਖੀਏ ਤਾਂ ਉਹਦੇ ਵਿੱਚ ਇੱਕੋ ਲਾਈਨ 'ਚ ਡਿਫਾਈਨ ਕੀਤਾ ਹੋਇਆ, ਗੋਡ ਇਜ਼ ਵਨ। ਇੱਕ ਓਂਕਾਰ, ਰੱਬ ਇੱਕ ਹੈ। ਇੰਨੀ ਕੀ ਗੱਲ ਅਸੀਂ ਸਾਨੂੰ ਅੱਜ ਤੱਕ ਪੜ੍ਹੀ ਸਮਝੀ ਦੇਖੀ ਹੈ ਬਸ। ਲੇਕਿਨ ਇੱਕ ਓਂਕਾਰ 3 ਲਫ਼ਜ਼ ਹੈਗੇ ਨੇ, ਇਹਨੂੰ ਕਦੀ ਡਿਟੇਲ ਦੇ ਵਿੱਚ ਡਿਫਾਈਨ ਨਹੀਂ ਕੀਤਾ ਗਿਆ। ਉਹਨੂੰ ਅਸੀਂ ਇਸ ਤਰ੍ਹਾਂ ਸਮਝਿਆ ਸੀ ਕਿ ਇੱਕ ਜਿਹੜਾ ਨਾ, ਉਹ ਇੱਕ ਹੈਗਾ, ਉਹ ਹੁਕਮ। ਹੁਕਮ ਮਤਲਬ ਉਹ ਲਾਜ਼ ਆਫ ਨੇਚਰ, ਉਹ ਕੁਦਰਤ ਦੇ ਨਿਯਮ ਜੋ ਸਾਰੇ ਪਾਸੇ ਵਾਪਰ ਰਹੇ ਨੇ। ਕੋਈ ਵੀ ਕਤਰਾ, ਕੋਈ ਵੀ ਜ਼ਰਾ, ਕੋਈ ਵੀ ਤਿਨਕਾ ਐਸਾ ਨਹੀਂ ਹੈ ਜਿਹੜਾ ਉਸ ਕੁਦਰਤ ਦੇ ਨਿਯਮ ਤੋਂ ਬਾਹਰ ਹੈ। ਕੋਈ ਮਨੁੱਖ ਐਸਾ ਨਹੀਂ ਹੈ, ਕੋਈ ਜਾਨਵਰ, ਪੰਛੀ, ਦੁਨੀਆ ਦੀ ਕੁਦਰਤ ਦੀ ਕੋਈ ਵੀ ਚੀਜ਼ ਐਸੀ ਨਹੀਂ ਹੈ ਜਿਹੜਾ ਉਸ ਦੇ ਸਿਸਟਮ ਤੋਂ ਵੱਖਰੀ ਹੈਗੀ। ਹਰ ਇੱਕ ਚੀਜ਼ ਇੱਕ ਸਿਸਟਮ ਵਿੱਚ ਚੱਲੇ। ਸਾਡੀ ਬਾਡੀ ਦੇ ਵਿੱਚ ਪੂਰਾ ਇੱਕ ਸਿਸਟਮ ਹੈ, ਬਲੱਡ ਸਰਕੂਲੇਟ ਕਰ ਰਿਹਾ, ਸਾਹ ਆ ਰਹੇ ਨੇ, ਜਾ ਰਹੇ ਨੇ, ਜੋ ਸਾਡਾ ਬਾਡੀ ਦਾ ਸਿਸਟਮ ਹੈਗਾ ਸਾਰਾ ਉਹ ਅੰਦਰ ਇੱਕ ਸਿਸਟਮ ਬਣਿਆ ਹੋਇਆ। ਬਾਹਰ ਸੂਰਜ, ਚੰਦ, ਤਾਰੇ, ਹਵਾ, ਮੌਸਮ, ਰੋਸ਼ਨੀ, ਦਿਨ, ਰਾਤ, ਇਹ ਸਾਰਾ ਇੱਕ ਸਿਸਟਮ ਹੈਗਾ। ਕੋਈ ਵੀ ਚੀਜ਼, ਇੱਕ ਜ਼ਰਾ ਵੀ ਜਿਹੜਾ ਕਿਣਕਾ ਵੀ ਪਿਆ ਹੈ ਨਾ, ਉਹ ਕਿਸੇ ਸਿਸਟਮ ਦੇ ਵਿੱਚ ਪਿਆ ਹੋਇਆ। ਸੋ ਉਹ ਇੱਕ ਸਿਸਟਮ ਜਿਹੜਾ ਵਿਆਪਕ ਹੈ, ਸਰਵ ਵਿਆਪਕ ਹੈ। ਓਮ ਔਰ ਕਾਰ, ਕਾਰ ਮਤਲਬ ਹਰ ਇੱਕ ਚੀਜ਼ ਉਸ ਸਿਸਟਮ ਦੇ ਅਧੀਨ ਹੈ। ਸਤਨਾਮ, ਸਤ ਨਾਮ ਜਿਹੜਾ ਹੈ ਉਹ ਸਤ ਦੇ ਵਿੱਚੋਂ ਨਿਕਲਿਆ ਹੋਇਆ, ਉਹ ਗੁਣਾਂ ਦਾ ਭਰਪੂਰ ਹੈ। ਸੱਚ, ਕਰਤਾ ਪੁਰਖ, ਮੈਂ ਸਿਰਫ ਸ਼ਾਰਟ ਦੇ ਚ ਲੈ ਰਿਹਾ ਸੀ, ਡਿਟੇਲ ਚ ਕੀਤਾ। ਕਰਤਾ ਪੁਰਖ ਉਹ ਕ੍ਰੀਏਟਰ ਹੈ। ਹਰ ਇੱਕ ਚੀਜ਼ ਉਸ ਨਿਯਮ ਦੇ ਵਿੱਚ ਬਣੀ ਹੋਈ ਹੈ। ਕੋਈ ਵੀ ਚੀਜ਼ ਐਸੀ ਨਹੀਂ ਹੈ ਜਿਹੜੀ ਉਸ ਨਿਯਮ ਤੋਂ ਬਾਹਰ ਉਹਦੀ ਕ੍ਰੀਏਸ਼ਨ ਹੋਈ ਹੈ, ਹੋ ਹੀ ਨਹੀਂ ਸਕਦੀ। ਹਰ ਇੱਕ ਚੀਜ਼ ਦਾ ਕ੍ਰੀਏਟਰ ਜਿਹੜਾ ਉਹ ਕਰਤਾ ਹੈ, ਕਰਤਾ ਪੁਰਖ ਹੈ, ਉਹ ਨਿਯਮ, ਉਹ ਲਾਜ਼ ਆਫ ਨੇਚਰ। ਨਿਰਭਉ, ਉਸ ਕੁਦਰਤ ਦੇ ਨਿਯਮ ਨੂੰ, ਉਸ ਲਾਜ਼ ਆਫ ਨੇਚਰ ਨੂੰ, ਉਸ ਹੁਕਮ ਨੂੰ ਕਿਸੇ ਦਾ ਡਰ ਨਹੀਂ ਹੈ। ਕੋਈ ਅਮੀਰ ਹੈ, ਗਰੀਬ ਹੈ, ਉੱਚਾ ਨੀਵਾਂ ਹੈ, ਉੱਚੀ ਜਾਤ ਹੈ, ਇਹਨੂੰ ਨਹੀਂ ਮੌਤ ਦੇਣੀ, ਇਹਨੂੰ ਬਿਮਾਰੀ ਨਹੀਂ ਦੇਣੀ, ਉੱਚੀ ਜਾਤ ਹੈ, ਇਹ ਗਰੀਬ ਹੈ, ਐਸਾ ਕੁਝ ਨਹੀਂ ਹੈ। ਕੋਈ ਨਿਰਭਉ ਹੈ, ਕੋਈ ਡਰ ਨਹੀਂ ਹੈ ਕਿਸੇ ਨੂੰ, ਨਿਰਵੈਰ ਹੈ। ਬੜੇ ਨਾਮ ਜਪਦੇ ਨੇ ਜੀ, ਬੜੇ ਬੜੇ ਪਾਠ ਕੀਤੇ ਨੇ, ਬੜੇ, ਇਹ ਚੌਥੀ 6ਵੀਂ ਮੰਜ਼ਿਲ ਤੋਂ ਛਾਲ ਮਾਰਨਗੇ। ਇਹਨਾਂ ਨੇ ਕਦੀ ਗੁਰਦੁਆਰੇ ਵੀ ਨਹੀਂ ਗਿਆ, ਕਦੀ ਮੰਦਰ ਨਹੀਂ, ਇਹ 6ਵੀਂ ਮੰਜ਼ਿਲ ਤੋਂ ਛਲਾਂਗ ਮਾਰੇ। ਦੋਨਾਂ ਦਾ ਇੱਕੋ ਹੀ ਹਾਲ ਹੋਣਾ, ਕੋਈ ਵੈਰ ਨਹੀਂ ਹੈ ਕਿਸੇ ਨਾਲ। ਨਿਰਵੈਰ, ਅਕਾਲ ਮੂਰਤ, ਉਹ ਨਿਯਮ, ਉਹ ਹੁਕਮ ਕਦੀ ਮਰਦਾ ਨਹੀਂ, ਉਹਦੀ ਉਹਨੂੰ ਮੌਤ ਨਹੀਂ ਆਉਂਦੀ। ਅਜੂਨੀ, ਕਿਸੇ ਜੂਨ ਦੇ ਵਿੱਚ ਨਹੀਂ ਹੈ। ਸਹਿਭੰਗ, ਆਪਣੇ ਆਪ ਤੋਂ ਆਪ ਬਣਿਆ ਹੈ, ਕੋਈ ਕਿਸੇ ਨੇ ਨਹੀਂ ਬਣਾਇਆ। ਕੁਦਰਤ ਦਾ ਕੋਈ ਵੀ ਨਿਯਮ, ਕੋਈ ਵੀ ਸਿਸਟਮ, ਕੋਈ ਵੀ ਹੁਕਮ ਦੱਸੋ ਕਿਸੇ ਨੇ ਬਣਾਇਆ ਹੋਵੇ, ਉਹ ਆਪਣੇ ਆਪ ਵਿੱਚ ਆਪ ਵਿਆਪਕ ਹੈ। ਗੁਰੂ ਪ੍ਰਸਾਦ, ਗੁਰੂ ਦੀ ਕਿਰਪਾ ਭਾਵ ਗੁਰੂ ਦੇ ਰੂਪ ਦੇ ਵਿੱਚ, ਪ੍ਰਸਾਦ ਦੇ ਰੂਪ 'ਚ ਹਰ ਪਾਸੇ ਉਹ ਵਿਖਰਿਆ ਹੈ। ਅਸੀਂ ਪ੍ਰਾਪਤ ਕਰ ਸਕਦੇ ਹਾਂ ਉਹਨੂੰ। ਅੱਗੇ ਸੀ ਜਪ। ਜਪ ਮਤਲਬ ਜਪ ਬਾਣੀ ਦਾ ਨਾਮ ਹੈ, ਅਸੀਂ ਇਹਨੂੰ ਸਤਿਕਾਰ ਵਿੱਚ ਜਪਜੀ ਸਾਹਿਬ ਕਹਿੰਦੇ ਹਾਂ। ਵੈਸੇ ਬਾਣੀ ਦਾ ਨਾਮ ਜਪ ਹੀ ਹੈ। ਜਪ, ਜਪ ਹੈ। ਜਪ ਦੇ ਦੋਨੋਂ ਸਾਈਡ 2 ਡੰਡੇ ਲੱਗੇ ਨੇ, ਜਪ ਦੇ ਦੋਨੋਂ ਸਾਈਡ ਅੱਗੇ ਵੀ ਪਿੱਛੇ ਵੀ ਉਹ ਪ੍ਰਬੰਧ ਕੀਤਾ ਹੋਇਆ, ਯਾਨੀ ਕਿ ਇਹ ਟਾਈਟਲ ਹੈ ਜਪ। ਜਪ ਦਾ ਮਤਲਬ ਅਗਰ ਅਸੀਂ ਗਹਿਰਾਈ ਨਾਲ ਸਮਝਿਆ ਸੀ, ਜਪ ਦਾ ਮਤਲਬ ਹੁੰਦਾ ਸਮਝ। ਜਾਪ ਕਹਿੰਦੇ ਨੇ ਕਿਸੇ ਨੂੰ, ਤੂੰ ਤੈਨੂੰ ਕੀ ਜਾਪਦਾ ਹੈ। ਜਪ ਮਤਲਬ ਇਹ ਸਾਰਾ ਸਮਝ, ਤੂੰ ਸਿਸਟਮ ਨੂੰ, ਹੁਕਮ ਨੂੰ ਸਮਝ। ਫਿਰ ਅਸੀਂ ਪੂਰੀ ਇਸ ਬਾਣੀ ਦੀ ਜਿਹੜੀ ਬਣਤਰ ਦੀ ਇੱਕ ਰਹਾਓ ਦੀ ਪੰਕਤੀ ਅਸੀਂ ਆਪਣੇ ਵੱਲੋਂ ਬਣਾਈ ਸੀ। ਰਹਾਓ ਦੀ ਮਤਲਬ ਉਸ ਪੰਕਤੀ ਨੂੰ ਅਸੀਂ ਟੇਕ ਬਣਾਇਆ ਸੀ ਕਿ ਅਸੀਂ ਇਸ ਪੰਕਤੀ ਤੋਂ ਸਾਰੀ ਬਾਣੀ ਨੂੰ ਸਮਝਾਂਗੇ। ਉਹ ਪੰਕਤੀ ਸੀ, ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਅਸੀਂ ਸਮਝਿਆ ਸੀ ਕਿ ਸਚਿਆਰਾ ਕਿਵੇਂ ਬਣੀਦਾ। ਸਚਿਆਰਾ ਹੁੰਦਾ ਕੀ? ਸਚਿਆਰਾ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਸੱਚ ਬੋਲਦਾ, ਮੈਂ ਸੱਚ ਤੋਲਦਾ, ਮੈਂ ਕਿਸੇ ਨਾਲ ਬੇਈਮਾਨੀ ਨਹੀਂ ਕੀਤੀ, ਮੈਂ ਠੱਗੀ ਨਹੀਂ ਕੀਤੀ। ਨਹੀਂ, ਇਹ ਸਿਰਫ ਇੰਨਾ ਮਤਲਬ ਨਹੀਂ ਹੈ। ਸਚਿਆਰ ਦਾ ਮਤਲਬ ਹੈ ਬਿਲਕੁਲ ਖੇੜੇ ਦੇ ਵਿੱਚ ਰਹਿਣਾ, ਖੁਸ਼ੀ ਦੇ ਵਿੱਚ, ਆਨੰਦਿਤ, ਇੱਕਦਮ ਚੇਅਰਫੁਲ, ਜੋਏਫੁਲ ਲਾਈਫ, ਬਿਲਕੁਲ ਖੁਸ਼ੀ ਭਰੀ, ਕੋਈ ਦੁੱਖ ਤਕਲੀਫ ਨਹੀਂ ਹੋਏ। ਸਚਿਆਰਾ ਇਹਨੂੰ ਕਹਿੰਦੇ, ਸਚਿਆਰਾ ਬਿਲਕੁਲ ਇੱਕਦਮ
ਵਿਕਾਸ ਦੇ ਵਿੱਚ ਪ੍ਰਫੁੱਲਤ ਕਿਵ ਸਚਿਆਰਾ ਹੋਈ ਹੈ, ਇਹ ਕਿਸ ਤਰ੍ਹਾਂ ਪ੍ਰਫੁੱਲਤਾ ਆਏ, ਕਿਸ ਤਰ੍ਹਾਂ ਆਨੰਦਿਤ ਹੋਏ, ਕਿਸ ਤਰ੍ਹਾਂ ਬੰਦਾ ਖੁਸ਼ੀ ਮਾਣੇ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਹੁਣ ਕੂੜੇ ਦਾ ਮਤਲਬ ਇਹ ਨਹੀਂ ਕਿ ਝੂਠ ਬੋਲਣਾ ਜਾਂ ਗਲਤ ਤੋਂ, ਕੂੜੇ ਦਾ ਮਤਲਬ ਹੈਗਾ ਹੈ ਫਰਸਟ੍ਰੇਟਡ, ਚਿੰਤਾਤੁਰ, ਖਿਝਿਆ ਹੋਇਆ, ਗੁੱਸੇ ਦੇ ਵਿੱਚ, ਮਤਲਬ ਬਿਲਕੁਲ ਮਤਲਬ ਇੱਕ ਵਿਕਾਰਾਂ ਭਰੀ ਲਾਈਫ ਜਿਹਨੂੰ ਕਹਿੰਦੇ ਨਾ। ਕਿਵ ਸਚਿਆਰਾ ਕਿ ਉਹ ਇੰਜੋਏਫੁਲ ਇੱਕਦਮ ਵਿਕਾਸ ਦੇ ਵਿੱਚ ਕਿਵੇਂ ਆਏ। ਔਰ ਇਹ ਦੂਜੀ ਜਿਹੜੀ ਲਾਈਫ ਹੈ, ਕਿਵ ਕੂੜਾ ਟੁੱਟੇ ਪਲ, ਇਹ ਪਾਲ, ਇਹ ਕੰਧ, ਇਹ ਦੀਵਾਰ ਕਿਵੇਂ ਟੁੱਟੇ। ਇਹ ਸਵਾਲ ਸੀ ਕਿ ਮੇਰੀ ਇਹ ਲਾਈਫ, ਇਹ ਜ਼ਿੰਦਗੀ ਕਿਵੇਂ ਬਣੇ ਖੁਸ਼ੀ ਭਰੀ। ਔਰ ਇਹ ਮੈਂ ਇਸ ਦੁੱਖ ਪਰ ਤਕਲੀਫ, ਇਸ ਫਰਸਟ੍ਰੇਸ਼ਨ, ਇਸ ਚਿੜਚਿੜੇਪਨ, ਇਹ ਜਿਹੜਾ ਮੇਰਾ ਗੁੱਸਾ, ਇਹ ਮੇਰੀ ਜਿਹੜੀ ਅੰਦਰ ਜਿਹੜੀ ਮੇਰੀ ਫਰਸਟ੍ਰੇਸ਼ਨ ਭਰੀ ਪਈ ਹੈ, ਇਹਦੇ ਤੋਂ ਕਿਸमें ਨਿਕਲਾਂ। ਤੇ ਜਵਾਬ ਸੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਤੂੰ ਹੁਕਮ ਦੀ ਰਜ਼ਾ ਭਾਵ ਉਸ ਰੱਬੀ ਨਿਯਮ, ਉਸ ਹੁਕਮ ਦੇ ਵਿੱਚ, ਉਸ ਲਾਜ਼ ਆਫ ਨੇਚਰ ਦੇ ਨਾਲ ਚੱਲ ਜੋ ਤੇਰੇ ਨਾਲ ਹੀ ਲਿਖੇ ਹੋਏ ਨੇ। ਤੂੰ ਨਾਲ ਲੈ ਕੇ ਪੈਦਾ ਹੋਇਆ, ਤੇਰੇ ਨਾਲ ਹੀ ਹੈਗੇ ਨੇ, ਤੇਰੇ ਹਰ ਵਕਤ ਤੇਰੇ ਨਾਲ ਨੇ, ਕੋਈ ਤੇਰੇ ਤੋਂ ਦੂਰ ਨਹੀਂ ਹੈ। ਤੂੰ ਵੀ ਉसी ਸਿਸਟਮ ਦਾ ਹਿੱਸਾ ਹੈ ਜੋ ਅਸੀਂ ਪਹਿਲੇ ਅਸੀਂ ਸਮਝ ਚੁੱਕੇ ਹਾਂ ਨਾ, ਕਰਤਾ ਪੁਰਖ ਨਿਰਭਉ ਨਿਰਵੈਰ। ਉਹਦੇ ਸਾਰਾ ਗੱਲ ਕਿਉਂਕਿ ਉਹ ਹਰ ਜਗ੍ਹਾ, ਇੱਕ ਓਂਕਾਰ ਦਾ ਮਤਲਬ ਹੈ ਸਰਬ ਜਗ੍ਹਾ ਵਿਆਪਕ, ਸਰਬ ਦੇ ਵਿੱਚ ਮੈਂ ਵੀ ਆਉਂਦਾ, ਉਹ ਤੇਰੇ ਨਾਲ ਹੀ ਹੈ। ਹੁਣ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਇਸ ਤਰ੍ਹਾਂ ਹੁਕਮ ਰਜ਼ਾਈ ਚੱਲਣ ਇਸ ਤਰ੍ਹਾਂ ਹੋ ਸਕਦਾ ਹੈ, ਪਰ ਕਿਸ ਤਰ੍ਹਾਂ ਨਹੀਂ ਹੋ ਸਕਦਾ ਉਹਦੀ ਸ਼ੁਰੂਆਤ ਉਤੋਂ ਕੀਤੀ ਹੈ। ਸੋਚਿਆ ਸੋਚ ਨਾ ਹੋਵੇ, ਸੋਚ ਕਰਕੇ ਨਹੀਂ ਹੋ ਸਕਦਾ। ਤੂੰ ਮਤ ਜਾਣੀ ਕਿ ਮੈਂ ਨਹਾ ਕੇ ਸੋਚ ਕਰਕੇ ਮੈਂ ਸਚਿਆਰ ਬਣ ਜਾਵਾਂ। ਸੋਚੇ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨਾ ਹੋਵੇ, ਨਹੀਂ ਹੋ ਸਕਦਾ ਤੂੰ ਚੁੱਪ, ਸਚਿਆਰ ਨਹੀਂ ਹੋ ਸਕਦਾ। ਚੁੱਪੇ ਚੁੱਪ ਨਾ ਹੋਵੇ, ਜੇ ਲਾਏ ਰਹਾ ਵਿਤਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਬੁਰੀਆਂ ਦਾ ਭਾਰ ਵੀ ਬਣ ਲੈ ਤਾਂ ਵੀ ਤੂੰ ਸਚਿਆਰ ਨਹੀਂ ਹੋ ਸਕਦਾ। ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿੰਨੀਆਂ ਵੀ ਸਿਆਣਪਾਂ ਕਰ ਲੈ, ਚਲਾਕੀਆਂ ਕਰ ਲੈ, ਇੱਕ ਨਾ ਤੇਰੀ ਇੱਕ ਨਹੀਂ ਚੱਲ ਸਕਦੀ। ਫਿਰ ਸਵਾਲ ਫਿਰ ਹੋਈ ਹੈ ਕਿ ਸਚਿਆਰ ਹੋਈ ਹੈ ਕਿ ਕੂੜਾ ਟੁੱਟੇ। ਫਿਰ ਕਿਵੇਂ ਹੋਏ? ਇਹ ਨਹੀਂ ਹੋ ਸਕਦਾ, ਇਸ ਤਰ੍ਹਾਂ ਨਹੀਂ ਹੋ ਸਕਦਾ, ਇਸ ਤਰ੍ਹਾਂ ਨਹੀਂ ਹੋ ਸਕਦਾ, ਇਸ ਤਰ੍ਹਾਂ ਨਹੀਂ ਹੋ ਸਕਦਾ। ਚਾਰ ਹਰ ਤਰੀਕੇ ਨਾਲ ਤੁਸੀਂ ਦੱਸ ਦਿੱਤਾ ਨਹੀਂ ਹੋ ਸਕਦਾ, ਫਿਰ ਕਿਵੇਂ ਹੋਏ? ਉਹਦਾ ਆਨਸਰ ਵੀ ਦਿੱਤਾ। ਫਿਰ ਅਗਲਾ ਸਵਾਲ ਸੀ ਹੈ ਕਿ ਇਹ ਕਹਿ ਦਿੱਤਾ ਕਿ ਹੁਕਮ ਰਜ਼ਾਈ ਚੱਲਣਾ, ਹੁਕਮ ਦੀ ਉਸ ਰਜ਼ਾ, ਉਸ ਰੱਬੀ ਨਿਯਮ ਦੇ ਵਿੱਚ ਤੂੰ ਚੱਲ ਤਾਂ ਹੋਏਗਾ। ਪਰ ਸਵਾਲ ਐਸੀ ਕਿ ਨਬੀ ਨਿਯਮ ਕੀ ਹੈ? ਫਿਰ ਉਹ ਲਾਜ਼ ਆਫ ਨੇਚਰ ਹੈ ਕੀ? ਉਹ ਹੁਕਮ ਹੈ ਕੀ? ਫਿਰ ਅਗਲਾ ਸਵਾਲ ਹੈ ਨਾ। ਫਿਰ ਅਗਲੇ ਸਵਾਲ ਦਾ ਜਵਾਬ ਹੈ ਹੁਕਮੀ ਹੋਵਨ ਆਕਾਰ। ਹੁਕਮੀ ਭਾਵ ਉਸ ਉਹ ਨਿਯਮ ਦਾ ਜਿਹੜਾ ਨਿਯਮ ਹੈ, ਜਿਹੜਾ ਉਹਦੇ ਵਿੱਚ ਹੀ ਸਾਰੇ ਆਕਾਰ ਨੇ, ਉਹਦੇ ਹੁਕਮ ਦੇ ਨਾਲ ਹੀ ਸਾਰੇ ਆਕਾਰ ਨੇ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਸਾਰੀ ਹੁਣ ਮੈਂ ਥੋੜਾ ਰੀਕੈਪ। ਹੁਕਮੀ ਉੱਤਮ ਨੀਚ। ਹੁਣ ਇੱਥੇ ਜਿੱਥੇ ਜਿੱਥੇ ਇੰਪੋਰਟੈਂਟ ਹੈ ਮੈਂ ਥੋੜਾ ਰੁਕ ਕੇ ਸਾਂਝ ਕਰਾਂਗਾ। ਦੇਖੋ ਇੱਕ ਜਗ੍ਹਾ ਆਇਆ ਹੁਕਮ, ਹੁਣ ਇੱਥੇ ਆਇਆ ਹੁਕਮੀ। ਹੁਕਮ ਔਰ ਹੁਕਮੀ ਦੇ ਵਿੱਚ ਫਰਕ ਹੈਗਾ। ਹੁਕਮ ਹੈਗਾ ਉਹ ਨਿਯਮ, ਔਰ ਹੁਕਮੀ ਹੈਗਾ ਉਹ ਨਿਯਮ ਕਰਨ ਵਾਲਾ। ਉਹ ਨਿਯਮ ਦੇ ਵਿੱਚ ਜਿਹੜਾ ਉਹ ਨਿਯਮ ਹੁਕਮੀ ਉੱਤਮ। ਹੁਕਮੀ ਇੱਕ ਤਾਂ ਹੁਕਮੀ ਉਹ ਹੈਗਾ ਜਿਹੜਾ ਰੱਬੀ ਨਿਯਮ ਹੈ। ਇੱਕ ਹੁਕਮੀ ਹੋਰ ਵੀ ਹੈਗਾ, ਉਹ ਹੈ ਸਾਡਾ ਮਨ। ਸਾਡਾ ਮਨ ਵੀ ਹੁਕਮ ਕਰਦਾ, ਸਾਨੂੰ ਮਨ ਵੀ ਚਲਾਉਂਦਾ। ਕਹਿੰਦੇ ਨਾ ਕਿ ਮੈਂ ਜੋ ਮੇਰਾ ਮਨ ਕਰਦਾ ਮੈਂ ਉਹ ਕਰਦਾ। ਸੋ ਹੁਕਮੀ ਦੋ ਹੋ ਗਏ। ਇੱਕ ਤੇ ਉਹ ਰੱਬੀ ਨਿਯਮ, ਉਹ ਲਾਜ਼ ਆਫ ਨੇਚਰ ਹੁਕਮੀ, ਔਰ ਦੂਜਾ ਕਿਹੜਾ? ਮੇਰਾ ਮਨ। ਹੁਕਮੀ ਉੱਤਮ ਨੀਚ ਦੋਨੋਂ ਹੈਗੇ। ਹੁਕਮ ਲਿਖ, ਕਿਹਦੇ ਹੁਕਮ ਦੇ ਵਿੱਚ ਤੂੰ ਉਹ ਜਿਹੜਾ ਲਿਖਿਆ ਨਾਲ ਹੈ ਨਾ, ਉਹ ਕਿਹਦੇ ਲਿਖੇ ਦੇ ਵਿੱਚ ਤੂੰ ਚੱਲ ਰਿਹਾ? ਹੁਕਮ ਲਿਖ, ਦੁੱਖ ਸੁੱਖ ਪਾਈ ਹੈ। ਮਨ ਦੇ ਚੱਲੇਗਾ ਦੁੱਖ ਹੈ, ਰੱਬੀ ਚੱਲੇਗਾ ਸੁੱਖ ਹੈ। ਬਿਲਕੁਲ ਕਲੀਅਰ ਹੈ। ਕਿਉਂ? ਅਗਲਾ ਫਿਰ ਅਗਲੀ ਪੰਕਤੀ ਹੋਰ ਕਲੀਅਰ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਜਿਹੜਾ ਉਹਦੇ ਹੁਕਮ ਦੇ ਵਿੱਚ ਚੱਲੇਗਾ, ਉਸ ਹੁਕਮੀ ਦੇ ਰੱਬੀ ਨਿਯਮ ਦਾ ਜਿਹੜਾ ਹੁਕਮੀ ਹੈ, ਉਸ ਹੁਕਮੀ ਦੇ ਅੰਡਰ ਚੱਲੇਗਾ। ਉਹ ਇੱਕ ਨਾ ਹੁਕਮੀ ਬਖਸ਼ੀਸ਼, ਦੂਜਾ ਹੁਕਮੀ, ਇੱਕ ਹੁਕਮੀ ਮਨ ਸਦਾ ਭੁਆਈਏ।
ਉਹ ਤੈਨੂੰ ਹਮੇਸ਼ਾ ਘੁਮਾ ਕੇ ਰੱਖੇਗਾ। ਇੱਕ ਹੁਕਮੀ ਸਦਾ ਪਾਈ ਹੈ, ਹੁਕਮ ਹੈ ਅੰਦਰ ਸਭ ਕੋ। ਹਰ ਇੱਕ ਇਨਸਾਨ ਇਹ ਦੋਨਾਂ ਹੁਕਮਾਂ ਦੇ ਵਿੱਚ ਹੀ ਹੁੰਦਾ ਹੈ ਹਰ ਵਕਤ, ਇਸ ਤੋਂ ਬਾਹਰ ਨਹੀਂ ਜਾ ਸਕਦਾ। ਕੋਈ ਵੀ ਕੰਮ ਜਿਹੜਾ ਕਰਦਾ ਬੰਦਾ, ਇਨਸਾਨ ਕੋਈ ਵੀ ਐਕਟ ਕਰਦਾ, ਕੋਈ ਵੀ ਐਕਸ਼ਨ ਲੈਂਦਾ, ਜਾਂ ਤੇ ਉਹ ਰੱਬੀ ਨਿਯਮ ਦੇ ਹਿਸਾਬ ਨਾਲ ਲਏਗਾ ਜਾਂ ਆਪਣੇ ਮਨ ਦੇ ਹਿਸਾਬ ਨਾਲ ਲਏਗਾ। ਇਸ ਤੋਂ ਬਾਹਰ ਤੀਜੀ ਕੋਈ ਚੀਜ਼ ਹੀ ਨਹੀਂ ਹੈਗੀ, ਕੋਈ ਤੀਜੀ ਚੀਜ਼ ਨਹੀਂ ਹੈਗੀ, ਕੋਈ ਸ਼ੈ ਨਹੀਂ ਹੈਗੀ ਤੀਸਰੀ। ਜਾਂ ਰੱਬ ਦੇ ਹਿਸਾਬ ਨਾਲ ਚੱਲੇਗਾ, ਉਸ ਰੱਬੀ ਨਿਯਮ ਦੇ ਹਿਸਾਬ ਨਾਲ ਚੱਲੇਗਾ, ਜਾਂ ਆਪਣੇ ਮਨ ਦੇ ਕਹੇ ਦੇ ਹਿਸਾਬ ਨਾਲ ਚੱਲੇਗਾ। ਮਨ ਹਮੇਸ਼ਾ ਹੁਕਮੀ ਸਦਾ ਭੁਆਈਆ ਹੀ ਹੋਏਗਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ। ਜੇ ਤੈਨੂੰ ਇਹ ਬੁਝਾਰਤ, ਇਹ ਬੁਝ ਗਿਆ ਤੂੰ ਕਿ ਮੈਂ ਜਿਹੜਾ ਕੰਮ ਕਰਨ ਜਾ ਰਿਹਾ ਇਹ ਉਸ ਰੱਬੀ ਹੁਕਮੀ ਦੇ ਅੰਡਰ ਕਰਨ ਜਾ ਰਿਹਾ ਜਾਂ ਮਨ ਦੇ ਹੁਕਮੀ ਦੇ ਕਰਨ, ਇਹ ਜੇ ਬੁਝੈ ਕੰਡੀਸ਼ਨਲ। ਜੇ ਦਾ ਮਤਲਬ ਕੀ ਹੁੰਦਾ? ਜੇ ਤੂੰ ਇੰਜ ਕੀਤਾ, ਜੇ ਕੰਡੀਸ਼ਨ ਹੁੰਦੀ ਹੈ। ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ। ਤਾਂ ਫਿਰ ਹਉਮੈ ਕੀ ਹੁੰਦੀ ਹੈ? ਹਉਮੈ ਦਾ ਮਤਲਬ ਇਹ ਨਹੀਂ ਕਿ ਮੇਰਾ ਪੈਸਾ ਬੜਾ, ਮੇਰੇ ਤਾਕਤ ਬੜੀ ਹੈ, ਮੇਰਾ ਰੂਪ ਬੜਾ, ਇਹ ਨਹੀਂ ਹੈ। ਹਉਮੈ ਦਾ ਮਤਲਬ ਇੱਥੇ ਹੈਗਾ ਕਿ ਉਹ ਕਹੇ ਕਿ ਮੈਂ ਚੱਲਾਂਗਾ ਮਨ ਦੇ ਹੁਕਮਾਂ ਦੇ ਨਾਲ, ਪਰ ਮੇਰੇ ਤੇ ਅਸਰ ਨਹੀਂ ਹੋਏਗਾ। ਕੋਈ ਕਹੇ ਕਿ ਹਾਂ ਵੀ ਮੈਂ ਸਿਗਰਟ ਵੀ ਪੀ ਲਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਮੈਂ ਇਹ ਕੰਮ ਕਰ ਲਾਂ, ਪੁੱਠੇ ਸਿੱਧੇ ਸਾਰੇ ਕੰਮ ਕਰ ਲਾਂ, ਔਰ ਮੇਰੇ ਸਰੀਰ ਤੋਂ ਕੋਈ ਅਸਰ ਨਾ ਹੋਏ। ਮੇਰੇ ਨਹੀਂ ਹੁੰਦਾ ਜੀ, ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਕੁਛ ਕਹਿੰਦੇ ਨਾ ਉਹ ਕੁਛ ਨਹੀਂ ਹੁੰਦਾ, ਕੁਛ ਨਹੀਂ। ਠੀਕ ਹੈ, ਨਜ਼ਰ ਨਹੀਂ ਆ ਰਿਹਾ, ਹੁੰਦਾ। ਉਹ ਜਿਹੜਾ ਕਹਿ ਰਿਹਾ ਨਾ ਨਹੀਂ ਹੁੰਦਾ, ਇਹ ਉਹਦੀ ਹਉਮੈ ਹੈ। ਜੇ ਉਹਨੂੰ ਪਤਾ ਲੱਗ ਜਾਏ ਨਾ ਕਿ ਹਾਂ ਵੀ ਮੈਨੂੰ ਰੱਬੀ ਨਿਯਮ ਤੋਂ ਉਲਟ ਜਾ ਰਿਹਾ, ਮੇਰੇ ਤੇ ਅਸਰ ਹੋਏਗਾ, ਤੇ ਉਹ ਹਉਮੈ ਛੱਡ ਦੇ ਇੱਕ ਮਿੰਟ ਕਿ ਨਹੀਂ ਯਾਰ ਮੈਂ ਗਲਤ ਕੰਮ ਕਰ ਰਿਹਾ, ਮੇਰੇ ਨਾਲ ਜ਼ਰੂਰ ਕੋਈ ਨਾ ਕੋਈ ਇਹਦਾ ਮੇਰੇ ਤੇ ਬੈਡ ਇਫੈਕਟ ਹੋਏਗਾ। ਫਿਰ ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਗਾਵੇ ਦਾ ਮਤਲਬ ਇੱਥੇ ਹੈਗਾ ਟਿਊਨਡ, ਉਸ ਨਿਯਮ ਦੇ ਨਾਲ ਜਿਹੜਾ ਟਿਊਨਡ ਰਹਿੰਦਾ। ਗਾਵਾ ਮਤਲਬ ਗਾਣਾ ਹੁੰਦਾ ਵੈਸੇ ਤੇ, ਲੇਕਿਨ ਗਾਣ ਦਾ ਮਤਲਬ ਇਹ ਨਹੀਂ ਕਿ ਕੋਈ ਰਾਗ ਛੈਣੇ ਢੁਲਕੀਆਂ ਦੇ ਨਾਲ। ਗਾਣ ਦਾ ਮਤਲਬ ਹੈ ਉਸ ਦੇ ਨਾਲ ਇੱਕਦਮ ਅਲਾਈਨ ਹੋ ਜਾਣਾ, ਟਿਊਨਡ ਹੋ ਜਾਣਾ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਗੁਣ ਵਡਿਆਈਆਂ ਚਾਰ। ਇਹ ਪੰਕਤੀ ਧਿਆਨ ਰੱਖਣਾ, ਅੱਗੇ ਕੰਮ ਆਏਗੀ। ਪਹਿਲੇ ਵੀ ਇੱਕ ਵਾਰੀ ਜ਼ਿਕਰ ਕੀਤੇ ਸੀ। ਚਾਰ ਦਾ ਮਤਲਬ ਹੈ ਗਿਣਤੀ ਦਾ 4 ਨਹੀਂ ਹੈ। ਚਾਰ ਦਾ ਮਤਲਬ ਹੁੰਦਾ ਹੈ ਖੂਬਸੂਰਤੀ। ਗਾਵੇ ਕੋ ਗੁਣ ਵਡਿਆਈਆਂ ਚਾਰ, ਜਿਹੜਾ ਗਾਉਂਦਾ ਉਹਨੂੰ ਗੁਣ ਵਡਿਆਈਆਂ, ਉਹਦੀ ਖੂਬਸੂਰਤੀ ਹੋਰ ਵੱਧਦੀ ਹੈ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀਵ ਲੈ ਦੀ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੇ ਹੱਦ। ਇਹ ਸਾਰੀਆਂ ਜਿਹੜੀਆਂ ਨਾ, ਉਸ ਤੋਂ ਬਾਅਦ ਫਿਰ ਅਗਲੀ ਪੌੜੀ ਦੇ ਵਿੱਚ ਆਏ ਨੇ। ਸਾਚਾ ਸਾਹਿਬ ਸਾਚ ਨਾਏ, ਉਹ ਨਿਯਮ ਜਿਹੜਾ ਨਾ ਸੱਚਾ ਸਾਹਿਬ ਹੈ, ਉਹਦਾ ਨਿਆਂ ਵੀ ਸੱਚਾ ਹੈ। ਉਹ ਕਿਤੇ ਵਿਤਕਰਾ ਨਹੀਂ ਕਰਦਾ ਕਿ ਇਹ ਬੜੇ ਪਾਠ ਕੀਤੇ ਨੇ ਜੀ ਇਹਨਾਂ ਨੇ, ਬੜੇ ਧਰਮ ਕਰਮ ਕੀਤੇ ਨੇ, ਬੜੇ ਲੰਗਰ ਲਾਏ ਨੇ, ਇਹਨਾਂ ਨੂੰ ਗਲਤ, ਇਹਨਾਂ ਦੇ ਨਾਲ ਗਲਤ ਨਹੀਂ ਹੋਣਾ, ਇਹਨੇ ਕੁਛ ਨਹੀਂ ਕੀਤਾ ਇਹਨੂੰ ਕਰ ਦਿਓ ਨਾ, ਐਸਾ ਕੁਛ ਨਹੀਂ ਹੈ। ਉਹਦਾ ਨਿਆਂ ਜਿਹੜਾ ਹੈ ਨਾ, ਹਰ ਜੋ ਉਹਦਾ ਐਕਟ ਹੈ ਉਸ ਹਿਸਾਬ ਦੇ ਨਾਲ ਉਹਦਾ ਨਿਆਂ ਹੁੰਦਾ। ਫਿਰ ਅੱਗੇ ਹੈਗਾ, ਅਗਲੀ ਪੌੜੀ ਤੇ ਆਏ ਨਾ, ਫਿਰ ਥਾਪਿਆ ਨਾ ਜਾਏ। ਅਸੀਂ ਪਹਿਲੇ ਪੜ੍ਹ ਚੁੱਕੇ ਹਾਂ ਅਕਾਲ ਮੂਰਤ ਸਵੈ ਪੰਗ, ਉਹਨੂੰ ਕੋਈ ਬਣਾਇਆ ਨਹੀਂ ਹੈ, ਉਹਨੂੰ ਕੋਈ ਥਾਪਿਆ ਨਹੀਂ ਜਾ ਸਕਦਾ। ਉਹਨੂੰ ਕੋਈ ਵੀ ਕਹੇ ਕਿ ਮੈਂ ਨਿਯਮ ਬਦਲ ਦਿਆਂਗਾ, ਮੈਂ ਨਵਾਂ ਨਿਯਮ ਬਣਾ ਦਾਂਗਾ ਕੁਦਰਤ ਦਾ, ਨਹੀਂ ਬਣਾ ਸਕਦਾ। ਮੈਂ ਅੱਜ ਸਵੇਰੇ ਅਗਲੇ ਦਿਨ ਜੇ ਠੰਡ ਚੜ੍ਹੀ ਤੇ ਮੈਂ ਕੁਛ ਸਿਸਟਮ ਨਹੀਂ ਕਰ ਸਕਦਾ, ਕੋਈ ਕੁਦਰਤ ਦੇ ਨਿਯਮ ਤੋਂ ਬਾਹਰ ਜਾ ਕੇ ਨਹੀਂ ਕਰ ਸਕਦਾ ਕੁਛ ਵੀ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇਹ ਸਾਰੀ ਪੌੜੀ ਦੇ ਵਿੱਚ ਕਹਿੰਦੇ ਗੁਰਾਂ ਇੱਕ ਦੇ ਬੁਝਾਈ। ਉਹ ਇੱਕ ਭਾਵ ਉਹ ਨਿਯਮ ਹੀ ਹੈ ਜਿਹੜਾ ਅਧਿਕਾਰ ਇੱਕ ਓਂਕਾਰ ਦੀ ਕੀਤੀ ਹੈ। ਇੱਕ ਦੇ ਬੁਝਾਈ, ਮੈਨੂੰ ਇੱਕ ਨੂੰ ਬੁਝਾ ਦੇ, ਉਹਦੀ ਬੂਝ ਕਰਾ ਦੇ। ਨਾਨਕ ਹੁਕਮੇ ਜੇ ਬੁਝੈ, ਪਹਿਲੇ ਪੜ੍ਹ, ਉਹ ਸਾਰੀ ਲੜੀ ਜੁੜਦੀ ਹੈ ਇਹਦੇ ਨਾਲ। ਫਿਰ ਇੱਕ ਅਰਦਾਸ ਹੈ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਫਿਰ ਅਗਲੀ ਪੌੜੀ ਆ ਜਾਂਦੀ ਹੈ, ਜੇ ਜੁਗ ਚਾਰੇ ਆਰਜਾ, ਹੋਰ ਦੋ ਸੁਣੀ ਹੋਏ।
ਇਹ ਪੌੜੀ ਬੜੀ ਇੰਪੋਰਟੈਂਟ ਹੈਗੀ, ਅਗਰ ਇਹਨੂੰ ਅਸੀਂ ਥੋੜਾ ਸਮਝ ਲਿਆ ਸਾਰੀ ਉਹਦੇ 'ਚ ਸਾਨੂੰ ਮਦਦ ਕਰੇਗੀ। ਵੈਸੇ ਦੇ ਅਰਥ ਜਿਹੜੇ ਸਾਨੂੰ ਅੱਜ ਤੱਕ ਜੋ ਪੜ੍ਹੇ ਲਿਖੇ ਮਿਲੇ ਨੇ ਸਾਨੂੰ, ਉਹ ਆਈ ਹੈ ਕਿ ਜੇ 4 ਜੁਗਾਂ ਜਿਤਨੀ ਤੇਰੀ ਉਮਰ ਹੋ ਜਾਏ, ਹੈ ਨਾ, ਇਸ ਤਰ੍ਹਾਂ ਹੀ ਪੜ੍ਹਦੇ ਨਾ, ਹੋਰ ਵੀ 10 ਗੁਣਾ ਹੋ ਜਾਏ ਤੇ ਨਾਲ ਸਾਰੇ ਤੇਰੇ ਨਾਲ ਚੱਲੇ, ਸਭ ਕੁਝ ਹੋਏ, ਸਭ ਕੁਝ ਚੱਲਦਾ। ਤੇ ਜੇ ਨਹੀਂ ਕਰੇਗਾ ਕਿ ਜੇ ਨਹੀਂ ਕੀਤਾ ਕੀਟਾਂ ਅੰਦਰ ਕੀਟ ਕਰ, ਇਸ ਤਰ੍ਹਾਂ ਦੀ। ਪਰ ਮੈਨੂੰ ਇਹਦੇ ਵਿੱਚ ਇੱਕ ਗੱਲ, ਜੇ ਅਸੀਂ ਪਿਛਲੀ ਲੜੀ ਸਾਰੀ ਜੋੜਦੇ ਹਾਂ, ਇਹ ਕੋਈ ਵੱਖਰਾ ਸਬਜੈਕਟ ਇੱਕਦਮ ਨਵਾਂ ਨਹੀਂ ਸ਼ੁਰੂ ਹੋ ਜਾਂਦਾ, ਉसी ਲੜੀ ਦੇ ਵਿੱਚ ਹੀ ਹੈ ਜਿਹੜੀ ਉੱਤੋਂ ਚੱਲਦੀ ਆ ਰਹੀ ਔਰ ਅਖੀਰ ਤੱਕ ਕੋਈ ਚੱਲੇਗੀ ਸਾਰੀ, ਉसी ਨਿਯਮ ਦੀ ਲੜੀ। ਅਸੀਂ ਪਹਿਲੇ ਪੜ੍ਹ ਚੁੱਕੇ ਹਾਂ ਗਾਵੇ ਕੋ ਗੁਣ ਵਡਿਆਈਆਂ 4, 4 ਦਾ ਮਤਲਬ ਖੂਬਸੂਰਤੀ। ਇੱਥੇ ਵੀ ਹੈਗਾ ਜੇ ਮਤਲਬ ਕੰਡੀਸ਼ਨਲ ਹੈ, ਜੇ ਤੂੰ ਇਸ ਤਰ੍ਹਾਂ ਕੀਤਾ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਤੂੰ ਜੇ ਆਪਣੀ ਉਸ ਨਿਯਮ ਦੇ ਨਾਲ ਚੱਲਿਆ ਤੂੰ, ਤੇ ਤੇਰੀ ਖੂਬਸੂਰਤੀ ਜਿਹੜੀ ਨਾ, ਤੇਰੀ ਆਰਜਾ ਤੇਰੀ ਜਿਹੜੀ ਹੋਏਗੀ ਨਾ, ਉਹ ਹੋਰ ਦਸੂਣੀ ਹੋਏ, ਹੋਰ ਵੀ 10 ਗੁਣਾ ਵੱਧ ਸਕਦੀ ਹੈ ਤੇਰੀ ਖੂਬਸੂਰਤੀ। ਨਵਾਂ ਖੰਡਾਂ ਵਿੱਚ ਜਾਣੀ ਹੈ, ਨਵਾਂ ਖੰਡਾਂ ਦਾ ਮਤਲਬ ਹੁੰਦਾ ਜਿਸ ਤਰ੍ਹਾਂ ਨਾਲ ਚੱਲੇ ਸਭ ਕੋਈ। ਹੋਰ ਦਸੂਣੀ ਦਾ ਵੀ ਇੱਕ ਈਡੀਅਮ ਹੈਗਾ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਨਾ, ਕਿਸੇ ਕੰਮ ਕਰ ਲੈ ਤੂੰ, ਇਹ ਫਲਾਣੀ, ਇਹ ਵਾਲਾ ਤੂੰ ਕੋਈ ਵਪਾਰ ਕਰਦਾ ਹੋਏ ਨਾ, ਕੋਈ ਦੁਕਾਨਦਾਰੀ ਹੋਏ, ਤੂੰ ਫਲਾਣਾ ਯਾਰ ਤੂੰ ਇਸ ਤਰ੍ਹਾਂ ਇਹ ਸਮਾਨ ਰੱਖ, ਤੂੰ ਇਸ ਤਰ੍ਹਾਂ ਕਰ, ਦੇਖੀ ਤੇਰੀ 10 ਗੁਣਾ ਸੇਲ ਵੱਧ ਜਾਏਗੀ। ਉਹ 10 ਗੁਣਾ ਦਾ ਇੱਕ ਕਹਿਣ ਦਾ ਈਡੀਅਮ ਹੀ ਹੁੰਦਾ, 10 ਗੁਣਾ ਸੇਲ ਵਧਾ ਦੇਗਾ ਤੂੰ ਆਪਣੀ। ਸੋ ਇਸ ਤਰ੍ਹਾਂ ਹੀ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ, ਨਵਾਂ ਖੰਡਾਂ ਨਾਲ ਜਾਣੀ, ਨਾਲ ਚੱਲੇ ਸਭ ਕੋਈ। ਕਹਿੰਦੇ ਵੀ ਉਹਨੂੰ ਤਾਂ ਯਾਰ ਸਾਰੀ ਦੁਨੀਆ ਜਾਣਦੀ, ਅਸੀਂ ਕਹਿੰਦੇ ਨਾ, ਉਹ ਯਾਰ ਉਹ ਤਾਂ ਵਧੀਆ ਬੰਦਾ ਹੀ ਬੜਾ ਵਧੀਆ, ਸਾਰੀ ਦੁਨੀਆ ਜਾਣਦੀ, ਜਿੱਥੋਂ ਮਰਜ਼ੀ ਪੁੱਛ ਲੈ, ਖੜਾ ਹੋਏ ਹਰ ਕੋਈ ਬੰਦਾ ਉਹਦੇ ਨਾਲ ਖੜੇ ਨੂੰ ਤਿਆਰ ਹੈ, ਨਾਲ ਚੱਲੇ ਸਭ ਕੋਈ। ਜੇ ਤੂੰ ਨਿਯਮ ਸਿਸਟਮ ਦੇ ਵਿੱਚ ਚੱਲਿਆ, ਨਾਲ ਚੱਲੇ ਸਭ ਕੋਈ, ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗ ਲੈ, ਇਹ ਸਾਰਾ ਕੁਝ ਤੇਰੇ ਨਾਲ ਹੋਏਗਾ ਜੇ ਤੂੰ ਉਸ ਨਿਯਮ ਦੇ ਨਾਲ ਚੱਲਿਆ। ਇसी ਪੌੜੀ ਦੇ ਵਿੱਚ ਜੇ ਦੂਸਰਾ ਵੀ ਹੈਗਾ, ਫਿਰ ਦੂਸਰੀ ਕੰਡੀਸ਼ਨ ਹੈ, ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਚਾਣੀ, ਨਾਲ ਚੱਲੇ ਸਭ ਕੋਈ, ਚੰਗਾ ਨਾਮ ਰਖਾਏ ਕਿ ਜਸ ਕੀਰਤ ਜਗ ਲੈ, ਜੇ ਕਿਸੇ ਨਜ਼ਰ ਨਾ ਆਵੇ। ਅਗਲਾ ਸੀਨ ਦਿਖਾਤਾ ਕਿ ਜੇ ਤੂੰ ਉਸ ਨਿਯਮ ਦੀ ਨਜ਼ਰ ਦੇ ਥੱਲੇਠਾ ਨਹੀਂ ਆਇਆ, ਜੇ ਤੂੰ ਉਹਨੂੰ ਨਹੀਂ ਮੰਨਿਆ, ਜੇ ਆਪਣੇ ਮਨ ਦੇ ਨਾਲ ਚੱਲਿਆ, ਜੇ ਕਿਸ ਨਜ਼ਰ ਨਾ ਆਵੇ, ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਇਹ ਨਿਯਮ ਦਾ ਇੱਕ ਖੂਬਸੂਰਤੀ ਹੈ ਕਿ ਉਹ ਤੈਨੂੰ ਗੁਣ ਹੋਰ ਦਿੰਦਾ। ਫਿਰ ਅੱਗੇ ਪੌੜੀ ਆ ਜਾਂਦੀ ਸੁਣਿਆ ਦੀ। ਹੁਣ ਇੱਥੇ ਸੁਣਿਆ ਐੜੇ ਨੂੰ ਦੁਲਾਵੀਆਂ ਲੱਗੀਆਂ। ਅਸੀਂ ਕਈ ਵਾਰੀ ਸੁਣੀਏ ਪੜ੍ਹ ਦਿੰਦਾ, ਸੁਣੀਏ, ਕਿਸੇ ਨੂੰ ਕਹਿ ਨਹੀਂ ਰਹੇ ਸੁਣੀਏ, ਤੂੰ ਹੀ ਸੁਣ, ਤੂੰ ਹੀ ਸੁਣ, ਨਹੀਂ, ਸੁਣੀਏ। ਐੜੇ ਨੂੰ ਦੁਲਾਵਾਂ, ਅਸੀਂ ਗ੍ਰਾਮਰ ਦੀ ਅਸੀਂ ਪੜ੍ਹ ਚੁੱਕੇ ਹਾਂ। ਐੜੇ ਦੇ ਜਦੋਂ ਦੁਲਾਵਾਂ ਲੱਗੀਆਂ, ਦੁਲਾਵਾਂ ਦਾ ਮਤਲਬ ਹੁੰਦਾ ਸੁਣਨ ਦੇ ਨਾਲ। ਸੁਣੀਏ ਜੋਗ ਜੁਗਤ ਤਨ ਭੇਦ, ਸੌਰੀ ਸੁਣੀਏ ਸਿੱਧ ਪੀਰ ਸੁਰਨਾਥ। ਇਹ ਸਾਰੇ ਫਿਰ ਈਡੀਅਮ ਹੀ ਹੈ ਜਿਹੜੇ ਵਰਤੇ ਹੋਏ ਨੇ ਕਿ ਕਿਸ ਤਰ੍ਹਾਂ ਇੱਕ ਸਿੱਧਾਂ ਦੀ, ਪੀਰਾਂ ਦੀ ਉਹ ਜਿਹੜੀ ਅਵਸਥਾਵਾਂ ਜਿਹੜੀਆਂ ਗੱਲ ਦੱਸੀ ਹੈ ਕਿ ਜੇ ਤੂੰ ਸੁਣੀਏ ਧਰਤ ਧਵਲ ਆਕਾਸ਼, ਧਰਤ ਧਵਲ ਆਕਾਸ਼ ਮਤਲਬ ਮਨ ਦੀ ਧਰਤੀ, ਡੁੱਬਦੀ ਧਰਤੀ ਆਕਾਸ਼ ਨੂੰ ਛੂੰਹਦੀ ਹੈ, ਫਿਰ ਉਚਾਈਆਂ ਤੇ ਸੁਣਨ ਦੇ ਨਾਲ। ਸੁਣਨਾ ਕੀ ਹੈ? ਸੁਣਨਾ ਮਤਲਬ ਉਹ ਨਾਨਕ ਹੁਕਮ ਹੈ ਜੇ ਬੁਝੇ ਹੈ, ਉਹ ਅੰਦਰ ਦੀ ਜਿਹੜੀ ਸੱਚ ਦੀ ਆਵਾਜ਼ ਹੈ ਨਾ, ਜਿਹੜਾ ਅੰਦਰ ਦਾ ਨਿਯਮ ਹੈਗਾ, ਉਸ ਨੂੰ ਸੁਣਨਾ। ਮਨ ਨੂੰ ਦੇ ਆਵਾਜ਼ ਨੂੰ ਹਟਾ ਕੇ ਅਸੀਂ ਡਿਫਰੈਂਸ਼ੀਏਟ ਕਰ ਸਕੀਏ, ਬੁੱਝ ਸਕੀਏ, ਉਸ ਰੱਬੀ ਨਿਯਮ ਨੂੰ ਸੁਣਨ ਦੀ ਇੱਕ ਸਾਡੀ ਸਮਰੱਥਾ ਬਣ ਸਕੇ, ਉਹਨੂੰ ਸੁਣਨਾ। ਉਸ ਨੂੰ ਸੁਣਨ ਦੇ ਨਾਲ, ਉਸ ਦੇ ਮੁਤਾਬਿਕ ਐਕਟ ਕਰਨ ਦੇ ਨਾਲ ਹੁੰਦਾ ਕੀ ਹੈ। ਅਸੀਂ ਇੱਕ ਚੀਜ਼ ਹੋਰ ਇਹਦੇ 'ਚ ਸਮਝਣ ਦੀ ਕੋਸ਼ਿਸ਼ ਕੀਤੀ ਕਿ ਪੌੜੀ ਜਿਹੜਾ ਗੁਰਬਾਣੀ ਦਾ ਇੱਕ ਸਿਧਾਂਤ ਹੈ ਕਿ ਪੌੜੀ ਦੀ ਜਿਹੜੀ ਆਖਰੀ ਪੰਕਤੀ ਹੁੰਦੀ ਹੈ ਨਾ, ਅਸੀਂ ਜਦੋਂ ਆਸਾ ਦੀ ਵਾਰ ਵੀ ਪੜ੍ਹਦੇ ਹਾਂ, ਤੇ ਪੌੜੀ ਦੀ ਆਖਰੀ ਪੰਕਤੀ ਜਿਹੜੀ ਨਾ, ਉਹ ਉਹਦੇ 'ਚ ਪੰਕਤੀ 'ਚ ਨਿਚੋੜ ਹੁੰਦਾ। ਇਹ ਗੁਰਬਾਣੀ ਦਾ ਇੱਕ ਸਿਧਾਂਤ ਹੈ। ਇਹ ਵੀ ਸਾਰਾ ਪੌੜੀਆਂ ਦੇ 'ਚ ਸਾਰੀ ਗੱਲ ਦਾ ਜਿਹੜਾ ਨਿਚੋੜ ਹੈ ਨਾ, ਦਾ ਜਿਹੜਾ ਕਨਕਲੂਡ ਕੀਤਾ ਜਿੱਥੇ, ਉਹ ਆਖਰੀ ਪੰਕਤੀ 'ਚ ਹੋਏਗਾ। ਇਸ ਤਰ੍ਹਾਂ ਇਹ ਸਾਰੀਆਂ ਪੰਕਤੀਆਂ ਉੱਤੋਂ ਵੀ ਇਹਦੇ 'ਚ ਵੀ ਜਦੋਂ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ,
ਉਹ ਸੁਣੀਏ ਦੁੱਖ ਪਾਪ ਕਾ ਨਾਸ ਕਿਸ ਤਰ੍ਹਾਂ ਹੁੰਦਾ ਹੈ, ਸਾਰੀ ਉੱਪਰ ਦੀ ਅਵਸਥਾ ਦਿੱਤੀ ਹੋਈ ਹੈ। ਸੁਣੀਏ ਸਿੱਧ ਪੀਰ ਸੁਨਾ, ਸੁਣੀਏ ਧਰਤ ਵੱਲਾ ਕਾ, ਸੁਣੀਏ ਦੀਪ ਲੋ ਪਾਤਾ, ਸੁਣੀਏ ਪਉ ਨਾ ਸਕੇ ਕਾਲ। ਉਸ ਨੂੰ ਕਾਲ ਪਉ ਨਹੀਂ ਸਕਦਾ, ਭਾਵ ਕਦੀ ਵੀ ਉਹ ਆਤਮਕ ਮੌਤ ਨਹੀਂ ਮਰਦਾ। ਸੋ ਅੱਗੇ ਸਾਰੀ ਹੈ ਸੁਣੀਏ ਜੋਗ ਜੁਗਤ ਤਨ ਭੇਦ। ਜੋਗ ਜੁਗਤ, ਜੋਗ ਭਾਵ ਜੁੜਨ ਦੀ ਜੁਗਤ। ਜੋਗ ਕੀ ਹੁੰਦਾ? ਜੁੜਨਾ। ਜੁਗਤ ਹੁੰਦਾ ਟੈਕਨੀਕ। ਵੈਸੇ ਤਾਂ ਤਕਨੀਕ ਬੜੇ ਸਾਰੇ ਦੱਸਦੇ ਨੇ, ਉਹ ਜੁਗਤ ਉਹ ਆਪਣੇ ਗੁਰਕਪਾਲ ਸਿੰਘ ਬੜੀਆਂ ਜੁਗਤੀਆਂ ਦੱਸਦੇ ਨੇ, ਇਹ ਜੁਗਤੀਆਂ ਚੰਦ ਜੁਗਤੀਆਂ ਉਹ ਆਪਣੀਆਂ ਬਣਾਈਆਂ ਜੁਗਤੀਆਂ ਨੇ, ਗੁਰਬਾਣੀ ਵਾਲੀਆਂ ਨਹੀਂ ਨੇ। ਲੇਕਿਨ ਜੋਗ ਜੁਗਤ ਤਨ ਭੇਦ ਇੱਥੋਂ ਪਤਾ ਲੱਗਦਾ ਜੇ ਰੱਬੀ ਨਿਯਮ ਦੇ ਵਿੱਚ ਚੱਲੇਗਾ। ਸੁਣੀਏ ਸੱਸ ਜੋ ਤਨ ਦਾ ਭੇਦ, ਬਿਮਾਰੀਆਂ ਮੈਨੂੰ ਕਿਉਂ ਨੇ, ਪ੍ਰੋਬਲਮ ਕਿਉਂ ਨੇ, ਮੇਰੀ ਜ਼ਿੰਦਗੀ 'ਚ ਕਿਉਂ ਆਇਆ, ਕਿਸ ਤਰ੍ਹਾਂ ਹੋਇਆ, ਇਹ ਸਾਰੀਆਂ ਚੀਜ਼ਾਂ ਦਾ ਭੇਦ ਪਤਾ ਲੱਗਦਾ ਜੇ ਰੱਬੀ ਨਿਯਮ ਨੂੰ ਸੁਣੀਏ। ਸੱਚ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੂਖ ਪਾਪ ਕਾ ਨਾਸ। ਇਹ 9 ਪੌੜੀਆਂ ਜਿਹੜੀਆਂ ਸੀ, ਪਹਿਲੇ ਮੈਂ ਜਲਦੀ ਰੀਕੈਪ ਕੀਤਾ। ਇਸ ਤੋਂ ਅੱਗੇ ਜਿਹੜਾ ਅੱਜ ਦੀ ਜਿਹੜੀ 10ਵੀਂ ਔਰ 11ਵੀਂ ਜਿਹੜੀ ਪੌੜੀ ਹੈ, ਸੁਣੀਏ ਸਤ ਸੰਤੋਖ ਗਿਆਨ। ਸੱਚ ਦਾ ਸੰਤੋਖ ਦਾ ਗਿਆਨ ਹੋ ਜਾਣਾ, ਇਹ ਸੁਣੀਏ ਦੇ ਨਾਲ ਹੁੰਦਾ। ਅੰਦਰੋਂ ਮਨ ਦੇ ਆਵਾਜ਼ ਨੂੰ ਛੱਡ ਕੇ ਉਸ ਰੱਬੀ ਨਿਯਮ ਦੀ, ਉਸ ਪ੍ਰਮਾਤਮਾ ਦੀ, ਉਸ ਆਤਮਾ ਦੀ ਆਵਾਜ਼ ਨੂੰ ਕੋ ਸੁਣੇ। ਸਾਡੇ ਉਹ ਕਹਿੰਦੇ ਨਾ ਕਿ ਅਸੀਂ ਕਈ ਵਾਰੀ ਗੱਲ ਕਰਦੇ ਹਾਂ ਕਿ ਮੇਰੀ ਆਤਮਾ ਨਹੀਂ ਮੰਨਦੀ, ਮੇਰੀ ਆਤਮਾ ਨੇ ਮੈਨੂੰ ਇਹ ਕਿਹਾ, ਕਿੱਥੋਂ ਕਿਹੜੀ ਆਤਮਾ ਸੀ, ਕਿੱਥੇ ਕਿਹਾ? ਜਾਂ ਕਈ ਵਾਰੀ ਅਸੀਂ ਕਹਿੰਦੇ ਮੇਰਾ ਮਨ ਨਹੀਂ ਕਰਦਾ। ਦੋ ਚੀਜ਼ਾਂ ਅਸੀਂ ਗੱਲਾਂ ਕਰਦੇ ਹਾਂ ਨਾ, ਲੇਕਿਨ ਅਸੀਂ ਜ਼ਿਆਦਾਤਰ ਤੁਸੀਂ ਦੇਖੋਗੇ ਅਸੀਂ ਇਹੀ ਕਹਿੰਦੇ ਕਿ ਆਪਣੇ ਮਨ ਦੀ ਕਰਦੇ ਹਾਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਤੁਸੀਂ ਸੋਚ ਦੇਖ ਲਓ, ਉਹ ਆਤਮਕ ਦੀ ਆਵਾਜ਼, ਉਹ ਮੈਨੂੰ ਜ਼ਮੀਰ ਦੀ ਆਵਾਜ਼, ਉਹ ਤਾਂ ਕਦੀ ਪਤਾ ਨਹੀਂ, ਸ਼ਾਇਦ ਕਦੀ ਹੋਏ, ਕਈਆਂ ਦੀ ਜ਼ਿੰਦਗੀ ਬੀਤ ਜਾਂਦੀ ਹੈ, ਕਦੀ ਜ਼ਮੀਰ ਦੀ ਆਵਾਜ਼ ਸੁਣੀ ਨਹੀਂ ਹੁੰਦੀ। ਉਹ ਜ਼ਮੀਰ ਦੀ ਆਵਾਜ਼, ਉਹ ਆਤਮਾ ਦੀ ਆਵਾਜ਼, ਉਹ ਰੱਬੀ ਨਿਯਮ ਦੀ ਆਵਾਜ਼, ਉਹ ਆਂਦੀ ਹੈ ਜ਼ਰੂਰ, ਸੁਣਦੇ ਨਹੀਂ ਅਸੀਂ। ਸੋ ਉਹ ਸਾਰੀ ਗੱਲ ਕੀਤੀ ਹੈ। ਉਹ ਸੁਣਿਆ ਦੁੱਖ ਪਾਪ ਕਾ ਨਾਸ ਦੀ ਸਾਰੀ ਗੱਲ ਤੋਂ ਕੀਤੀ ਹੈ। ਸੁਣਿਆ ਸੱਤ ਤੇ ਸੰਤੋਖ, ਸੱਚ ਕੀ ਹੈ, ਸੰਤੋਖ ਕੀ ਹੈ। ਸੁਣੀਏ 68 ਕਾ ਇਸ਼ਨਾਨ। 68 ਭਾਵ 68 ਤੀਰਥਾਂ ਵੱਲ ਬੜਾ ਸਾਨੂੰ ਦਿਖਾਇਆ ਜਾਂਦਾ, ਪਰ ਜਾਣ ਦੀ ਲੋੜ ਨਹੀਂ ਕਿਤੇ। ਜੇ ਸੁਣ ਲਈ, ਜੇ ਸੁਣਨਾ ਦੀ ਟੈਕਨੀਕ ਆ ਗਈ, ਸੁਣੀਏ 68 ਕਾ ਇਸ਼ਨਾਨ ਹੋ ਗਿਆ। ਸੁਣਿਆ ਪੜ ਪੜ ਪਾਵੈ ਮਾਨ। ਇੱਥੇ ਪੜ ਦਾ ਮਤਲਬ ਪੜਨ ਦੇ ਨਾਲ ਨਹੀਂ, ਪੜ ਦਾ ਮਤਲਬ ਹੁੰਦਾ ਪੈ ਕੇ, ਉਸ ਨਿਯਮ ਦੇ ਅੱਗੇ ਸਰੈਂਡਰ ਕਰਕੇ ਮਾਣ ਪ੍ਰਾਪਤ ਹੁੰਦਾ। ਸੁਣਿਆ ਲਾਗੈ ਸਹਿਜ ਧਿਆਨ। ਸਹਿਜ ਧਿਆਨ ਦਾ ਦੇਖੋ, ਧਿਆਨ ਦੀ ਕਿਤਨੀਆਂ ਟੈਕਨੀਕ ਦੱਸੀਆਂ ਜਾਂਦੀਆਂ। ਅੱਖਾਂ ਬੰਦ ਕਰੋ, बिंदु पे ध्यान लगाओ, इष्ट पे ध्यान करो, मूर्ति का ध्यान करो, ये पुट्ठे हो जाओ, सीधे हो जाओ, ये मतलब ध्यान दिया पता नहीं कितनी क्रियावां, पता नहीं कितने टेक्निक, कितना कुछ सिखाया होया। कोई अखां बंद करन दी, अखां खोलण दी लोड़ है। गुरबाणी सानू कहंदी अखां बंद ना कर, ध्यान लाने ते ध्यान लाने, अखां खोल। गुरबाणी अखां खोल के ध्यान लाना सिखाती है। सुनिया, सुनने नाल की होंदा, लग है सहज ध्यान, सहज लगता है। किसी कोई पुट्ठा सीधा कोई क्रियावां नहीं करनियां पैंदियां, वक्त नहीं करना पैंदा, अब कोई जोर नहीं लाना पैंदा, सहज। सुनिया दुख पाप, सुनिया सारा गुणा के गाह। सारे समुंदर, सरा होंदा, सरा समुंदर, गुणा के गाह, उस समुंदर संसार का भी इन्ना समुंदर दे विच, उहदे विचों गुणा का गाह करता, गुण गुण लभदा विचों, कित्थों मैनूं गुणों की प्राप्ति हो सकती है। सुनिया सेख पीर पातशाह, यह भी एक सेख ते पीर पातशाह तीनों ही सारे जिहड़े ना, ये बड़े सम्मान मिलता इन्हों, जी उस लैवल का तेनों सत्कार सन्मान जिहड़ा है वो मिलना शुरू हो जाता सुनिया दे नाल। सुनिया अंधे पावे राह, राह मिलना शुरू हो जाता जिंदगी दे विच। कितनियां ही मुश्किलां, कितने ही प्रॉब्लम, जिथे कहंदा मैनूं, मैं अखां अगे हनेरा ही आ गया मेरे, मैनूं कोई समझ नहीं आ रही की करा, राह मिलना शुरू हो जाता है। सुनिए हाथ होवे असगाह, असगाह भी कहते हैं समुंदर नूं, पर कहते समुंदर समुंदर लंघ के जाना कोई सौखा है? कोई कहे मैं तैर के लंघ जावां, पॉसीबल नहीं है। पर कहते हैं हाथ होवे, मतलब इतना गहरा समुंदर जिहड़ा है उहदे वास्ते एक हत्थ रह जाता है। हुण एक हत्थ पानी होए
ਤੇ ਬੰਦਾ ਇੰਝ ਪਾਰ ਕਰ ਰਿਹਾ ਆਰਾਮ ਨਾਲ। ਸਮੁੰਦਰ ਪਾਰ ਕਰਨਾ ਕਿੰਨਾ ਔਖਾ, ਮਤਲਬ ਮੁਸ਼ਕਿਲਾਂ ਨੂੰ ਬਿਲਕੁਲ ਸੌਖੇ ਤਰੀਕੇ ਨਾਲ ਲੰਘ ਜਾਂਦਾ, ਪਾਰ ਕਰ ਲੈ, ਜਿਵੇਂ ਐ ਬਈ ਹੱਥ ਪਾਣੀ ਕੋਈ ਨਹੀਂ ਆ ਟੱਪ ਜਾਵਾਂਗੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਉਹ ਦੁੱਖ ਦੇ ਪਾਪਾਂ ਦੇ ਨਾਸ ਦੀ ਸਾਰੀ ਟੈਕਨੀਕ ਜਿਹੜੀ ਹੈ ਉਹ ਸੁਣਿਆ ਦੇ ਨਾਲ ਮਿਲਦੀ ਹੈ, ਭਾਵ ਅੰਤਰਾਤਮਾ ਦੀ ਉਸ ਆਵਾਜ਼ ਨੂੰ ਸੁਣਨਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।